ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਮੈਂ ਕੱਲਾ, ਤੁਸੀਂ ਇਹਨੇ ਫਤਿਹ ਢਿੱਲੀ ਬੁਲਾਈ ਸੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਉਹ ਮਹਾਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਧਰਮ ਯੁੱਧ ਫਤਿਹ ਕੀਤਾ ਸੀ। ਇਹ ਧਰਮ ਯੁੱਧ ਬਾਈ ਧਾਰ ਦੇ ਪਹਾੜੀ ਰਾਜੇ ਭੀਮ ਚੰਦ ਫਤਿਹ ਸ਼ਾਹ ਨਾਲ ਹੋਇਆ। ਭੀਮ ਚੰਦ ਆਪਣੇ ਲੜਕੇ ਅਜਮੇਰ ਦੀ ਜੰਝ ਲੈ ਕੇ ਗੜਵਾਲ ਸ੍ਰੀਨਗਰ ਫਤਿਹ ਸ਼ਾਹ ਦੇ ਘਰ ਪੁੱਜਿਆ। ਫਤਿਹ ਸ਼ਾਹ ਜੋ ਹੈ ਇਹ ਗੁਰੂ ਘਰ ਦਾ ਪ੍ਰੇਮੀ, ਇਹਨ ਗੁਰੂ ਜੀ ਨੂੰ ਆਪਣੀ ਲੜਕੀ ਦੇ ਵਿਆਹ 'ਤੇ ਬੁਲਾਇਆ। ਸਤਿਗੁਰੂ ਜੀ ਵਿਆਹ 'ਚ ਤਾਂ ਨਹੀਂ ਗਏ, ਪਰ ਸਤਿਗੁਰਾਂ ਨੇ 1.25 ਲੱਖ ਦਾ ਤੰਬੋਲ ਯਾਨੀ ਕਿ ਸਗਨ ਦਾ ਸਮਾਨ, ਵਸਤਰ, ਗਹਿਣੇ ਦੇ ਕੇ ਸਿੱਖਾਂ ਨੂੰ ਵਿਆਹ 'ਚ ਭੇਜਿਆ। ਜਦੋਂ ਸਿੱਖਾਂ ਨੇ ਵਿਆਹ ਵੀ ਜਾ ਕੇ ਸਗਨ ਦੀ ਇੱਕ ਇੱਕ ਵਸਤੂ ਵਿਖਾਈ ਜੋ ਕਿ ਬਹੁਤ ਹੀ ਕੀਮਤੀ ਸਨ। ਇਹ ਦੇਖ ਕੇ ਸਾਰੇ ਚਕਾਚੌਂਧ ਹੋ ਗਏ ਕਿ ਇੰਨਾ ਕੀਮਤੀ ਸਮਾਨ ਤਾਂ ਕਿਸੇ ਰਾਜੇ ਨੇ ਵੀ ਨਹੀਂ ਦਿੱਤਾ ਜਿੰਨਾ ਗੁਰੂ ਜੀ ਨੇ ਭੇਜਿਆ ਹੈ। ਸਾਡੀ ਤਾਂ ਨੱਕ ਹੀ ਵੱਢੀ ਗਈ। ਭੀਮ ਚੰਦ ਨੇ ਫਤਿਹ ਸ਼ਾਹ ਨੂੰ ਆਖਿਆ, ਜੇ ਤੈਂ ਗੁਰੂ ਵੱਲੋਂ ਆਇਆ ਹੋਇਆ ਸਮਾਨ ਲੈਣਾ ਹੈ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਲੈ ਕੇ ਨਹੀਂ ਜਾਵਾਂਗਾ। ਜੇਕਰ ਤੂੰ ਮੇਰੇ ਨਾਲ ਮਿਲ ਕੇ ਗੁਰੂ ਦੇ ਖਿਲਾਫ ਜੰਗ ਕਰੂੰਗਾ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਲੈ ਕੇ ਜਾਵਾਂਗਾ। ਫਤਿਹ ਸ਼ਾਹ ਨੇ ਭੀਮ ਚੰਦ ਨੂੰ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨਿਆ, ਕਿਉਂਕਿ ਜੋ ਭੀਮ ਚੰਦ ਸੀ ਗੁਰੂ ਘਰ ਨਾਲ ਬਹੁਤ ਈਰਖਾ ਰੱਖਦਾ ਸੀ। ਅਖੀਰ ਨੂੰ ਫਤਿਹ ਸ਼ਾਹ ਡੋਲ ਗਿਆ। ਇਨ ਸਮਾਨ ਵਾਪਸ ਕਰਤਾ। ਸਮਾਨ ਪਿੱਛੇ ਝਗੜਾ ਹੋ ਗਿਆ ਤੇ ਸਿੱਖਾਂ ਨੇ ਆ ਕੇ ਸਾਰੀ ਗੱਲਬਾਤ ਪੌਂਟਾ ਸਾਹਿਬ ਮਾਰੂ ਦੱਸੀ ਤੇ ਨਾਲ ਇਹ ਵੀ ਦੱਸਿਆ ਕਿ ਫੌਜ ਆਈ, ਜਾਣ ਸਮਝੋ ਜੰਗ ਦੀ ਤਿਆਰੀ ਕੀਤੀ ਜਾਵੇ। ਸਤਿਗੁਰਾਂ ਨੇ ਆਖਿਆ ਕਿ ਪੌਂਟਾ ਸਾਹਿਬ ਜੰਗ ਨਾ ਕੀਤੀ ਜਾਵੇ। ਜੇਕਰ ਪੌਂਟਾ ਸਾਹਿਬ ਜੰਗ ਹੋਈ ਤਾਂ ਸਾਡੇ ਹੱਥੀ ਵਸਾਈ ਨਗਰੀ ਦਾ ਨੁਕਸਾਨ ਹੋਵੇ, ਕਿਉਂਕਿ ਪੌਂਟਾ ਸਾਹਿਬ ਸਤਿਗੁਰਾਂ ਦੇ ਬੈਠਣੇ ਕਰਕੇ ਬਸਿਆ ਤੇ ਜਿੱਥੇ ਜੰਗ ਹੁੰਦੀ ਹੈ ਉੱਥੇ ਸਿਵਾ ਨੁਕਸਾਨ ਤੇ ਕੁਛ ਨਹੀਂ ਹੁੰਦਾ। ਇਹ ਇਲਾਕਾ ਜੰਗਲ ਬਿਆਬਾਨ ਸੀ ਤੇ ਫੌਜਾਂ ਨਿਕਲਣਾ ਸੀ। ਸੋ ਸਤਿਗੁਰੂ ਜੀ ਪੌਂਟਾ ਸਾਹਿਬ ਤੋਂ ਚੱਲ ਕੇ ਇਸ ਸਥਾਨ ਤੇ ਪੁੱਜੇ। ਇੱਥੇ ਆਪਣਾ ਪੜਾਅ ਕੀਤਾ, ਕੈਂਪ ਲਗਾਇਆ। ਸਤਿਗੁਰਾਂ ਨੇ ਆਪਣੇ ਹੱਥੀਂ ਘੋੜੇ ਬਾਨੇ ਨੂੰ ਕੁਝ ਕਿੱਲੇ ਗੜਵਾਏ ਜੋ ਬਾਅਦ ਵਿੱਚ ਦਰਖਤ ਬਣ ਗਏ। ਉਹਨਾਂ ਵਿੱਚੋਂ ਇੱਕ ਜਾਮਣ ਦਾ ਕਿੱਲਾ ਦਰਖਤ ਦੇ ਰੂਪ ਵਿੱਚ ਬਾਹਰਲੇ ਪਾਸੇ ਮੌਜੂਦ ਖੜਾ ਹੈ, ਜੋ ਕਿ ਸਤਿਗੁਰਾਂ ਦੀ ਪ੍ਰਤੱਖ ਨਿਸ਼ਾਨੀ ਹੈ। ਪਿੱਛੇ ਗੁਰਦੁਆਰਾ ਜੋ ਤੀਰਗੜੀ ਸਾਹਿਬ ਹੈ, ਉਸ ਸਥਾਨ ਤੇ ਸਤਿਗੁਰਾਂ ਨੇ ਮੋਰਚੇਬੰਦੀ ਕਰਵਾਤੀ। ਸਤਿਗੁਰਾਂ ਕੋਲ ਜੋ ਪਠਾਨ ਸੰਢੋਰੇ ਵਾਲੇ ਪੀਰ ਬੁੱਧੂ ਸਾਜ ਨੌਕਰ ਰਖਾਏ ਸਨ, ਇਹ ਵੀ ਨਮਕ ਹਰਾਮ ਹੋ ਗਏ, ਜਾ ਕੇ ਪਹਾੜੀ ਰਾਜਿਆਂ ਨਾਲ ਮਿਲ ਗਏ। ਇਹਨਾਂ ਚੋਂ ਇੱਕ ਪਠਾਨ ਕਾਲੇ ਖਾਨ ਨਾਮ ਦਾ ਆਪਣੇ 100 ਸਾਥੀਆਂ ਸਮੇਤ ਗੁਰੂ ਜੀ ਕੋ ਰਹਿੰਦਾ ਹੈ। ਜਦੋਂ ਸੰਢੋਰੇ ਪੀਰ ਜੀ ਨੂੰ ਪਤਾ ਲੱਗਿਆ ਕਿ ਪਠਾਨ ਨਮਕ ਹਰਾਮ ਹੋ ਗਏ ਤਾਂ ਪੀਰ ਜੀ ਨੂੰ ਬਹੁਤ ਦੁੱਖ ਹੋਇਆ। ਪੀਰ ਜੀ ਆਪਣੇ 700 ਮੁਰੀਦ, 4 ਪੁੱਤਰ ਤੇ 2 ਭਰਾਵਾਂ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਪੁੱਜੇ। ਸਤਿਗੁਰਾਂ ਨਾਲ ਉਹਨਾਂ ਦੀ ਭੂਆ ਬੀਬੀ ਬੀਰੋ ਜੀ ਦੇ 5 ਪੁੱਤਰ, ਭਾਈ ਸੰਗੋ ਸਾਹ, ਜੀਤਮਲ, ਗੁਲਾਬ ਰਾਏ, ਗੰਗਾ ਰਾਮ ਤੇ ਮਾਹਰੀ ਚਨੇ ਉਹਦੇ ਨੇ। ਸਤਿਗੁਰਾਂ ਦੀ ਫੌਜ ਬਹੁਤ ਘੱਟ ਹੈ, ਜਦਕਿ ਰਾਜਿਆਂ ਦੀ ਫੌਜ ਕਈ ਗੁਣਾ ਵੱਧ ਹੈ, ਜਿਨ੍ਹਾਂ ਵਿੱਚ ਅਨੇਕ ਰਾਜੇ ਤੇ ਉਹਨਾਂ ਦੀਆਂ ਫੌਜਾਂ ਨੇ। ਇਹ ਪਠਾਣਾਂ ਨੇ ਰਾਜਿਆਂ ਨੂੰ ਦੱਸਿਆ ਕਿ ਹੁਣ ਗੁਰੂ ਕੋਲ ਲੜਨੇ ਵਾਲਾ ਕੋਈ ਨਹੀਂ ਰਿਹਾ। ਅਸੀਂ ਲੜਨੇ ਵਾਲੇ ਥੇ, ਅਸੀਂ ਤਾਂ ਗਏ ਆ। ਹੁਣ ਤਾਂ ਉਹਨਾਂ ਕੋਲ ਕੋਈ ਸਾਧ ਹੈ, ਕੋਈ ਹਲਵਾਈ, ਕੋਈ ਲਾਂਗਰੀ, ਕੋਈ ਘਾਈਆ, ਪਰ ਗੁਰੂ ਕੋਲ ਮਾਲ ਬਹੁਤ ਹੈ। ਆਪਾਂ ਜੋ ਲੁੱਟ ਕਰਾਂਗੇ ਸਾਰੀ ਸਾਡੀ ਹੋਵੇਗੀ। ਰਾਜੇ ਮੰਨ ਗਏ। ਜੰਗ ਸ਼ੁਰੂ ਹੋ ਗਈ। ਜੰਗ ਦਾ ਨਾਮ ਸੁਣ ਕੇ ਜੋ ਸਤਿਗੁਰਾਂ ਕੋਲ 500 ਉਦਾਸੀ ਸਾਧੂ ਪੌਂਟਾ ਸਾਹਿਬ ਵਿੱਚ ਰਹਿੰਦੇ ਸਨ, ਜੋ ਕਿ ਗੁਰੂ ਕੇ ਲੰਗਰਾਂ 'ਚੋਂ ਲੰਗਰ ਛਕਦੇ ਸਨ, ਪਰ ਜੰਗ ਦਾ ਨਾਮ ਸੁਣ ਕੇ ਵੀ ਰਾਤੋਂ ਰਾਤ ਵਿੱਚ 499 ਭੱਜ ਗਏ। ਇਹਨਾਂ ਨੇ ਸੋਚਿਆ ਕਿਤੇ ਮਹਾਰਾਜ ਸਾਨੂੰ ਲੜਨ ਨਾ ਭੇਜ ਦੇਣ। ਇੱਕ ਬਾਬਾ ਕਿਰਪਾਲ ਦਾਸ ਜੀ ਰਹੇ, ਉਹਨਾਂ ਨੇ ਇਸ ਜਗ੍ਹਾ 'ਤੇ ਆ ਕੇ ਆਪਣੇ ਕੁੱਤਕੇ ਨਾਲ, ਕੁੱਤਕਾ ਇੱਕ ਲੱਕੜੀ ਦਾ ਮੋਟਾ ਸੋਠਾ ਹੁੰਦਾ ਹੈ, ਉਸ ਨਾਲ ਹੱਥ ਖਾਂ ਦਾ ਸਿਰ ਭੰਨਿਆ। ਸਤਿਗੁਰਾਂ ਕੋਲ 2 ਸਿੱਖ ਨੇ, ਭਾਈ ਲਾਲ ਚੰਦ ਘਾਹੀ ਤੇ ਭਾਈ ਲਾਲ ਚੰਦ ਹਲਵਾਈ, ਜਿਨ੍ਹਾਂ ਨੇ ਜ਼ਿੰਦਗੀ 'ਚ ਕਦੀ ਕਿਰਪਾਨ ਨੂੰ ਹੱਥ ਲਾ ਕੇ ਵੀ ਨਹੀਂ ਦੇਖਿਆ। ਇਹ ਸੂਰਮੇ ਜੋਸ਼ 'ਚ ਆ ਕੇ ਰਣ ਵਿੱਚ ਐਸੇ ਜੂਝੇ ਕਿ ਇਹਨਾਂ ਨੇ ਆਪਣੇ ਖੌਂਚੇ ਨਾਲ ਕਈਆਂ ਦੇ ਸਿਰ ਲਾਹੇ। ਇਹ ਦੇਖ ਕੇ ਪਠਾਨ ਹੈਰਾਨ ਕਿ ਮੱਝਾਂ ਚਾਰਨੇ ਵਾਲੇ ਸਿੱਖਾਂ 'ਚ ਇੰਨੀ ਤਾਕਤ ਕਿੱਥੋਂ ਆ ਗਈ। ਭੀਮ ਚੰਦ ਨੇ ਨਿਜ਼ਾਮਤ ਖਾਂ ਪਠਾਨ ਨੂੰ ਆਖਿਆ ਕਿ ਤੂੰ ਤਾਂ ਕਹਿੰਦਾ ਸੀ ਗੁਰੂ ਕੋਲ ਲੜਨੇ ਵਾਲਾ ਕੋਈ ਨਹੀਂ ਰਿਹਾ, ਹੁਣ ਸਾਡੀ ਫੌਜ ਪਿੱਛਾ ਨੂੰ ਕੌਣ ਧੱਕ ਰਿਹਾ ਹੈ? ਤੂੰ ਗਾਹਾਂ ਨੂੰ ਵੱਧ ਕੇ ਸਿੱਖਾਂ ਨੂੰ ਖਤਮ ਕਰ ਦੇ, ਮੈਂ ਤੈਨੂੰ ਵੱਧ ਚੜ੍ਹ ਕੇ ਇਨਾਮ ਦੇਵਾਂਗਾ। ਨਿਜ਼ਾਮਤ ਖਾਂ ਗਾਹਾਂ ਵਧਿਆ। ਇੱਧਰ ਸੰਗੋ ਸਾਹ ਹੁਣੀ 5 ਭਰਾ ਜੂਝੇ ਹੋਏ ਨੇ, ਇਹਨਾਂ 'ਚੋਂ ਸੰਗੋ ਸਾਹ ਗਾਹਾਂ ਨੂੰ ਵਧਿਆ। ਦੋਨਾਂ ਦਾ ਟਕਰਾਅ ਹੋਇਆ, ਘਮਸਾਨ ਦਹਿਦ ਮਿਚ ਗਿਆ। ਇੱਕ ਪਾਸੇ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਮੁਰੀਦਾਂ ਨੇ ਕਾਫੀ ਘਮਸਾਨ ਦਹਿਦ ਛੇੜਿਆ ਹੋਇਆ ਹੈ। ਇਹ ਸਾਰਾ ਕੁਛ
सतगुरु जी नीले ते सवार होकर उच्ची टिब्बी तो देख रहे ने। जदों सतगुरां ने देखिया कि निजामत खां ते होर पठाणां नूं मारदा होया अखीर नूं वीर संगो साह वीरगति नूं प्राप्त होए। जंग हुंदे नूं 12 दिन हो गए। पहला सतगुरां ने कोई तीर नहीं चलाए, कल्ले सिख लड़ते रहे। 12 दिनां च काफ़ी सिख शहीद हो गए। भाई संगो साह ते भाई जीतमल भी शहीद हो गए। तां फिर 13वें दिन सतगुरु जी आप खुद मैदान च गए। जदों सतगुरां ने मैदान में जाके तीर चलाने शुरू किए, सतगुरां दे तीरां के कोई नहीं खड़ सके। कई मरे, कई जख्मी होए, कई मैदान छड़ के भजने शुरू हो गए। ये राजियां च हरीचंद हंडूरिया बहुत तकड़ा नसांची राजा सी। इन देखा कि साडी फौज पिछा नूं भज रही है ते गुरु जी खुद तीर चला रहे ने। तैन गुस्से जाके अपना घोड़ा गुरु जी वाल ਵਧਾਇਆ, 3 वार किते। पहला तीर सतगुरां दे घोड़े कठ च लग्या ते दूजा तीर सतगुरां दे दस्तार कंन कोल छू के चले गया ते तीजा तीर सतगुरां दे कमर कसे नूं चीरदा थोड़ा शरीर च लग गया। ਉਹ तीर ਤਾਂ सतगुरां ने पुट के परां सुटिया ते पंक्ति उचारी, जबै बाण लाग्यो तबै रोस जाग्यो। सतगुरां ने हरीचंद हंडूरे वाल निगाह मारी। इन्हें अपने शरीर ते संजो पैनी लोहे दी हुंदी है, जिसते कोई तीर तलवार असर नहीं करता। इहदा मूँह ते अखां खाली सी। इन्हूं ये हंकार सी कि मेरे शरीर ते कोई शस्त्र वार नहीं करता, मूँह च मेरे कोई मार नहीं सकता। पर सतगुरां निशाना कमाल दा। इतिहास दसदा कि सतगुरां निशाना इन्ना तेज सी, जे सतगुर तीर की नोक जिन्नी कोई चीज़ देख लेंदे सन तो वो आर पार तीर कट देंदे सन। देखिया तो मूँह खाली है। पहला ही तीर इन्नी जोर ते खिंच के मारिया, पहला ही तीर हरीचंद हंडूरे दे मूँह च लग्या। मूँह च लगदे सारी दी गर्दन धड़ दूर डिगी। इहदे थल्ले डिगदे ही फौजां पिछे नूं भजनियां शुरू हो गईयां। भजने करके ही भगाणी सा नाम पिया ते जमुना पार करदे बेड़ी ते चढ़दे कई आपस विच लड़ मरे। इस तरह 13वें दिन 18 विसाख सन 1686 जंग फतेह हुई। सतगुरां ने फिर पंक्ति उचारी, पही जीत मेरी कृपा काल केरी, रणंग जीत आए जयंग गीत गाए। जंग जीत के सतगुरु जी इस स्थान ते पुजे। सिखां ने सतगुरां नूं बधाइयां दित्तियां कि आप जी नूं लख लख बधाई होवे, आपने पहले ही दिन जंग फतेह करती। पर सतगुरां ने सिखां दी बधाई मंजूर नहीं की। सतगुरां ने सिखां नूं संबोधन करके फतेहनामा उच्चारण करके आख्या, वाहिगुरू जी का खालसा वाहिगुरू जी की फतेह। ये फतेहनामा सतगुरां ने उस दिन जंग जीत के इस स्थान पर उच्चारण किया। पहला फतेहनामा नहीं सी। सो प्यारी साध संगत, यह है ते संक्षेप इतिहास। गुरु का लंगर, चाह का लंगर ते लस्सी का लंगर, तैयार प्यार लंगर छको। इस स्थान की कार सेवा संत बाबा जोगिंदर सिंह जी फौजी ते संत बाबा सुलखन सिंह जी आनंदपुर साले करवा रहे सन। हुण बाबा दिलबाग सिंह जी सेवा निभा रहे हैं। सो चल रही महाप्रसंग की कार सेवा, जिस माई भाई ने हिस्सा पाना है श्रद्धा अनुसार माया दे के रसीद प्राप्त करके माया सफली करो जी। यात्रा करते हुए वाहिगुरू वाहिगुरू जपो, जिस करके साडे ये लोग सुखीए परलोक सवेले हो सकन। जिन्हां ने प्रसाद नहीं लिया प्रसाद लवो। प्यारी साध संगत जीओ, जदों सतगुरां ने जंग जीती उसी दौरान पौंटा साहिब विखे बड़े साहिबजादे दा जन्म होया। जदों सतगुरां नूं पता लग्या बालक ने जन्म लिया, सतगुरां ने जंग ने खुशी नाम रखा अजीत सिंह, जिहड़ा किसी को जित्या ना जा सके। वाहिगुरू जी का खालसा वाहिगुरू जी की फतेह।